ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਮਹੱਤਵਪੂਰਨ ਜੋ ਸੋਧਾਂ ਸਾਡੀਆਂ ਰਹਿ ਗਈਆਂ ਹਨ ਉਹਦਾ ਪਾਰਟ ਨੰਬਰ 2 ਲੈ ਕੇ ਆਏ ਹਾਂ। ਜੇਕਰ ਤੁਸੀਂ ਇਹਦਾ ਪਾਰਟ ਨੰਬਰ 1 ਨਹੀਂ ਦੇਖਿਆ ਹੈ ਤਾਂ ਪਹਿਲਾਂ ਪਾਰਟ ਨੰਬਰ 1 ਦੇਖ ਲਓ, ਕਿਉਂਕਿ ਇਸ ਦੇ ਵਿੱਚ ਅਸੀਂ ਮਹੱਤਵਪੂਰਨ ਸੋਧਾਂ 'ਤੇ ਚਰਚਾ ਕੀਤੀ ਹੈ ਜੀ। ਜੋ ਸੋਧਾਂ ਰਹਿ ਚੁੱਕੀਆਂ ਹਨ ਅਸੀਂ ਉਹਨਾਂ ਸੋਧਾਂ ਉੱਤੇ ਅੱਜ ਦੀ ਵੀਡੀਓ ਵਿੱਚ ਚਰਚਾ ਕਰਾਂਗੇ। ਅੱਜ ਦੀ ਵੀਡੀਓ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਸ ਲਈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਹੈ। ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ। ਤੁਸੀਂ ਦੇਖਿਆ ਹੋਵੇਗਾ ਜੀ ਕਿ ਸਾਡੇ ਪਿੰਡਾਂ ਵਿੱਚ ਸਰਪੰਚ ਹੁੰਦੇ ਹਨ, ਗ੍ਰਾਮ ਪੰਚਾਇਤ, ਸ਼ਹਿਰਾਂ ਵਿੱਚ ਮਿਊਨਿਸਪੈਲਿਟੀ। ਜੋ ਇਹ ਪੰਜਾਬ ਵਿੱਚ ਲਾਗੂ ਹੋਇਆ ਹੈ ਸਿਸਟਮ, ਇਹ ਹੋਇਆ ਹੈ 73ਵੀਂ ਅਤੇ 74ਵੀਂ ਸੋਧ ਕਰਕੇ। ਇਸ ਲਈ ਇਹ ਸੋਧਾਂ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹਨ। ਪੇਪਰਾਂ ਦੇ ਵਿੱਚ ਇਹ ਸਵਾਲ ਪੁੱਛ ਲਿਆ ਜਾਂਦਾ ਹੈ ਜੀ ਕਿ 73ਵੀਂ ਸੋਧ ਕਦੋਂ ਲਾਗੂ ਹੋਈ ਅਤੇ 74ਵੀਂ ਸੋਧ ਕਦੋਂ। ਇਸ ਲਈ ਤੁਸੀਂ ਯਾਦ ਰੱਖਣਾ ਹੈ 73ਵੀਂ ਸੋਧ ਜੋ ਆਈ ਸੀ ਅਤੇ 74ਵੀਂ ਇਹ ਆਈ ਸੀ 1992-93 ਵਿੱਚ। 73ਵੀਂ ਸੋਧ ਰਾਹੀਂ ਸਾਰੇ ਭਾਰਤ ਵਿੱਚ ਪੰਚਾਇਤੀ ਰਾਜ ਵਿਵਸਥਾ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ ਸੀ। ਕਹਿਣ ਤੋਂ ਭਾਵ ਇਹ ਹੈ ਜੀ, ਪਹਿਲਾਂ ਕਈ ਰਾਜਾਂ ਵਿੱਚ ਪੰਚਾਇਤਾਂ ਹੁੰਦੀਆਂ ਸਨ, ਪਰੰਤੂ ਸਾਰੇ ਭਾਰਤ ਵਿੱਚ ਪੰਚਾਇਤ ਪ੍ਰਣਾਲੀ ਨਹੀਂ ਸੀ। ਸਾਰੇ ਭਾਰਤ ਵਿੱਚ ਪੰਚਾਇਤ ਪ੍ਰਣਾਲੀ ਨੂੰ ਲਾਗੂ ਕਰਨ ਲਈ ਭਾਰਤ ਦੇ ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੋਧ ਲਿਆਂਦੀ ਗਈ ਸੀ। ਪੇਪਰਾਂ ਦੇ ਵਿੱਚ ਇੱਕ ਸਵਾਲ ਹੋਰ ਪੁੱਛਿਆ ਜਾਂਦਾ ਹੈ ਜੀ ਇੱਥੋਂ ਕਿ ਸਭ ਤੋਂ ਪਹਿਲਾਂ ਕਿਹੜਾ ਰਾਜ ਸੀ ਜਿਹਨੇ ਪੰਚਾਇਤੀ ਰਾਜ ਵਿਵਸਥਾ ਸ਼ੁਰੂ ਕੀਤੀ ਸੀ। ਤਾਂ ਆਪ ਜੀ ਦਾ ਉੱਤਰ ਹੋਵੇਗਾ ਰਾਜਸਥਾਨ, ਕਿਉਂਕਿ ਰਾਜਸਥਾਨ ਦਾ ਇੱਕ ਨਗੌਰ ਜ਼ਿਲ੍ਹਾ ਹੈ ਜੀ, ਜਿੱਥੇ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਵਿਵਸਥਾ 1959 ਵਿੱਚ 15 ਅਗਸਤ ਵਾਲੇ ਦਿਨ ਸ਼ੁਰੂ ਕੀਤੀ ਗਈ ਸੀ। ਪਰੰਤੂ ਜਦੋਂ 73ਵੀਂ ਸੋਧ 1993 ਵਿੱਚ ਹੋਈ ਸੀ ਜੀ, ਇਸ ਤੋਂ ਬਾਅਦ ਪੰਚਾਇਤੀ ਰਾਜ ਲਾਗੂ ਕਰਨ ਵਾਲਾ ਪਹਿਲਾ ਰਾਜ ਕਿਹੜਾ ਸੀ। ਜੇਕਰ ਇਹ ਸਵਾਲ ਪੁੱਛਿਆ ਜਾਂਦਾ ਹੈ ਤਾਂ ਆਪ ਜੀ ਦਾ ਉੱਤਰ ਹੋਵੇਗਾ ਮੱਧ ਪ੍ਰਦੇਸ਼, ਕਿਉਂਕਿ ਸੰਵਿਧਾਨਕ ਤੌਰ ਤੇ ਪੰਚਾਇਤੀ ਰਾਜ ਨੂੰ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਸੀ ਮੱਧ ਪ੍ਰਦੇਸ਼। ਹੁਣ ਅਸੀਂ ਗੱਲ ਕਰਦੇ ਹਾਂ ਜੀ 73ਵੀਂ ਸੋਧ ਬਾਰੇ, ਜੋ ਕਿ 1993 ਵਿੱਚ ਆਈ ਸੀ। ਜੋ ਇਹ ਸੋਧ ਸੀ ਇਹ ਲਾਗੂ ਹੋਈ ਸੀ ਜੀ 24 ਅਪ੍ਰੈਲ 1993 ਨੂੰ। ਇਸ ਕਰਕੇ ਹਰੇਕ 24 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਪੰਚਾਇਤੀ ਰਾਜ ਦਿਵਸ। 73ਵੀਂ ਸੋਧ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ 11ਵੀਂ ਅਨੁਸੂਚੀ ਜੋੜੀ ਗਈ, ਜਿਸ ਦੇ ਵਿੱਚ 29 ਕੰਮ ਦੱਸੇ ਗਏ ਕਿ ਪੰਚਾਇਤਾਂ ਲਈ ਕਿਹੜੇ-ਕਿਹੜੇ ਕੰਮ ਕਰਨੇ ਜ਼ਰੂਰੀ ਹਨ। ਸੰਵਿਧਾਨ ਦੇ ਵਿੱਚ 9ਵਾਂ ਪਾਰਟ ਜੋੜਿਆ ਗਿਆ। ਇਸ ਲਈ ਤੁਸੀਂ ਯਾਦ ਰੱਖਣਾ ਹੈ ਜੀ ਕਿ 73ਵੀਂ ਸੋਧ ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਪੰਚਾਇਤੀ ਰਾਜ ਵਿਵਸਥਾ ਨੂੰ ਲਾਗੂ ਕੀਤਾ ਗਿਆ। ਜੋ ਪੰਚਾਇਤੀ ਰਾਜ ਵਿਵਸਥਾ ਸੀ ਇਹ ਸੀ ਜੀ 3 ਪੱਧਰਾਂ ਦੀ। ਭਾਰਤ ਦੇ ਸੰਵਿਧਾਨ ਵਿੱਚ 11ਵੀਂ ਅਨੁਸੂਚੀ ਜੋੜੀ ਗਈ ਅਤੇ 9ਵਾਂ ਭਾਗ ਜੋੜਿਆ ਗਿਆ। ਪੰਚਾਇਤੀ ਰਾਜ ਉੱਪਰ ਅਸੀਂ ਇੱਕ ਸਪੈਸ਼ਲ ਵੀਡੀਓ ਬਣਾਵਾਂਗੇ, ਕਿਉਂਕਿ ਇਹ ਟੌਪਿਕ ਵੀ ਬਹੁਤ ਇੰਪੋਰਟੈਂਟ ਹੈ, ਜਿਸ ਦੇ ਵਿੱਚ ਤੁਹਾਨੂੰ ਡਿਟੇਲ ਵਿੱਚ ਦੱਸਿਆ ਜਾਵੇਗਾ ਕਿ ਪੰਚਾਇਤੀ ਰਾਜ ਸਿਸਟਮ ਹੁੰਦਾ ਕੀ ਹੈ, ਕਿਵੇਂ ਸ਼ੁਰੂ ਹੋਇਆ ਅਤੇ ਇਹਦੇ ਵਿੱਚੋਂ ਕਿਹੜੇ-ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ। 73ਵੀਂ ਸੋਧ ਰਾਹੀਂ ਪੰਚਾਇਤੀ ਰਾਜ ਵਿਵਸਥਾ ਸ਼ੁਰੂ ਕੀਤੀ ਗਈ ਸੀ ਜੀ, ਤੇ 74ਵੀਂ ਸੋਧ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ। ਇਹ ਵੀ ਦਿੱਤਾ ਗਿਆ ਸੀ ਜੀ 3 ਪੱਧਰਾਂ ਤੇ। ਭਾਰਤ ਦੇ ਸੰਵਿਧਾਨ ਦੇ ਵਿੱਚ 12ਵੀਂ ਅਨੁਸੂਚੀ ਜੋੜੀ ਗਈ ਅਤੇ ਸ਼ਹਿਰੀ ਨਗਰਪਾਲਿਕਾ ਲਈ 18 ਕੰਮ ਦਿੱਤੇ ਗਏ ਹਨ। ਸੰਵਿਧਾਨ ਦੇ ਵਿੱਚ 9A ਪਾਰਟ ਜੋੜਿਆ ਗਿਆ ਜੀ। ਪੇਪਰਾਂ ਦੇ ਵਿੱਚ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ 11ਵੀਂ ਅਨੁਸੂਚੀ ਦੱਸੋ ਜੀ ਕਿਹੜੀ ਸੋਧ ਰਾਹੀਂ ਜੋੜੀ ਗਈ। ਤੁਸੀਂ ਯਾਦ ਰੱਖਣਾ ਹੈ 73ਵੀਂ ਸੋਧ ਰਾਹੀਂ। ਜੇਕਰ 12ਵੀਂ ਅਨੁਸੂਚੀ ਪੁੱਛਿਆ ਜਾਂਦਾ ਹੈ ਤਾਂ ਇਹ ਸ਼ੁਰੂ ਕੀਤੀ ਗਈ 74ਵੀਂ ਸੋਧ ਰਾਹੀਂ। ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਮਿਲਿਆ ਸੀ ਜੀ 74ਵੀਂ ਸੋਧ ਰਾਹੀਂ, ਅਤੇ ਪੰਚਾਇਤੀ ਰਾਜ ਵਿਵਸਥਾ ਨੂੰ 73ਵੀਂ ਸੋਧ ਰਾਹੀਂ। ਇਹ ਮੈਂ ਬਾਰ-ਬਾਰ ਰਿਪੀਟ ਤਾਂ ਕਰਾ ਰਿਹਾ ਹਾਂ ਕਿਉਂਕਿ ਇਹ ਜੋ ਸੋਧਾਂ ਹਨ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ। ਇੱਕ ਸਵਾਲ ਇੱਥੋਂ ਹੋਰ ਪੁੱਛਿਆ ਜਾਂਦਾ ਹੈ ਜੀ ਕਿ ਜਦੋਂ ਪੰਚਾਇਤੀ ਰਾਜ ਵਿਵਸਥਾ ਲਾਗੂ ਨਹੀਂ ਹੋਈ ਸੀ, ਸੰਵਿਧਾਨਕ ਦਰਜਾ ਨਹੀਂ ਮਿਲਿਆ ਸੀ, ਤਾਂ ਇਹਦਾ ਵਰਣਨ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਆਰਟੀਕਲ ਵਿੱਚ ਕੀਤਾ ਗਿਆ ਸੀ। ਇਹ ਕੀਤਾ ਗਿਆ ਹੈ ਜੀ ਭਾਰਤ ਦੇ ਆਰਟੀਕਲ 40 ਵਿੱਚ। ਜੋ ਆਰਟੀਕਲ 40 ਹੈ ਇਹ ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਦਰਜ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਚਾਇਤੀ ਰਾਜ ਵਿਵਸਥਾ ਨੂੰ ਲਾਗੂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ। 2001 ਦੇ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਕੀਤੀ ਗਈ ਜੀ 84ਵੀਂ ਸੋਧ। ਇਹਦੇ ਰਾਹੀਂ ਲੋਕ ਸਭਾ, ਵਿਧਾਨ ਸਭਾ ਦੇ ਜੋ ਮੈਂਬਰ ਹੁੰਦੇ ਹਨ ਜੀ MLA ਜਾਂ MP, ਇਹਨਾਂ ਦੀ ਗਿਣਤੀ 2026 ਤੱਕ ਸੀਮਿਤ ਕਰ ਦਿੱਤੀ ਗਈ ਹੈ। ਵਰਤਮਾਨ ਸਮੇਂ ਲੋਕ ਸਭਾ ਵਿੱਚ ਹਨ 543 ਮੈਂਬਰ, ਰਾਜ ਸਭਾ ਵਿੱਚ ਹਨ 245 ਮੈਂਬਰ ਅਤੇ ਪੰਜਾਬ ਦੀ ਵਿਧਾਨ ਸਭਾ ਵਿੱਚ ਹਨ 117 ਮੈਂਬਰ। ਇਹਨਾਂ ਦੀ ਗਿਣਤੀ 2026 ਤੱਕ ਨਹੀਂ ਵਧਾਈ ਜਾ ਸਕਦੀ। ਇਹ ਕਿਹਾ ਗਿਆ ਹੈ ਜੀ 84ਵੀਂ ਸੋਧ ਕਰਕੇ ਭਾਰਤ ਦੇ ਸੰਵਿਧਾਨ ਵਿੱਚ 2001 ਵਿੱਚ। ਕਈ ਵਾਰ ਪੇਪਰਾਂ ਵਿੱਚ ਇੱਕ ਹੋਰ ਸਵਾਲ ਪੁੱਛਿਆ ਜਾਂਦਾ ਹੈ ਜੀ, ਜੋ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੇ ਮੈਂਬਰਾਂ ਦੀ ਗਿਣਤੀ ਇਹ ਨਿਸ਼ਚਿਤ ਕੀਤੀ ਗਈ ਹੈ, ਇਹ ਕਿਹੜੀ ਜਨਗਣਨਾ 'ਤੇ ਆਧਾਰਿਤ ਹੈ। ਇਹ ਹੈ ਜੀ 1971 ਦੀ ਜਨਗਣਨਾ ਦੇ ਆਧਾਰਿਤ।
2026 ਤੋਂ ਬਾਅਦ ਲੋਕ ਸਭਾ ਦੇ ਮੈਂਬਰਾਂ ਦੀ ਵੀ ਗਿਣਤੀ ਵਧੇਗੀ, ਰਾਜ ਸਭਾ ਦੇ ਮੈਂਬਰਾਂ ਦੀ ਵੀ ਅਤੇ ਵਿਧਾਨ ਸਭਾਵਾਂ ਦੇ ਮੈਂਬਰਾਂ ਦੀ ਗਿਣਤੀ ਵੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਤਿੰਨੇ ਸੋਧਾਂ ਯਾਦ ਹੋ ਗਈਆਂ ਹੋਣਗੀਆਂ ਜੀ। 73ਵੀਂ ਸੋਧ ਰਾਹੀਂ ਪੰਚਾਇਤੀ ਰਾਜ ਵਿਵਸਥਾ ਸ਼ੁਰੂ ਕੀਤੀ ਗਈ ਸੀ। 74ਵੀਂ ਸੋਧ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸੰਵਿਧਾਨਕ ਦਰਜਾ ਦਿੱਤਾ ਗਿਆ ਸੀ। 84ਵੀਂ ਸੋਧ ਰਾਹੀਂ ਜੋ ਸਾਡੀ ਲੋਕ ਸਭਾ ਵਿਧਾਨ ਸਭਾ ਦੇ ਮੈਂਬਰ ਹਨ, ਇਹਨਾਂ ਦੀ ਗਿਣਤੀ 2026 ਤੱਕ ਨਿਸ਼ਚਿਤ ਕਰ ਦਿੱਤੀ ਗਈ ਹੈ। ਕਈ ਵਾਰ ਪੇਪਰਾਂ ਵਿੱਚ ਸਵਾਲ ਪੁੱਛ ਲਿਆ ਜਾਂਦਾ ਹੈ ਜੀ ਕਿ ਸਿੱਖਿਆ ਨਾਲ ਸੰਬੰਧਿਤ ਕਿਹੜੀ ਸੋਧ ਭਾਰਤ ਦੇ ਸੰਵਿਧਾਨ ਵਿੱਚ ਕੀਤੀ ਗਈ ਸੀ, ਤਾਂ ਤੁਸੀਂ ਯਾਦ ਰੱਖਣਾ ਹੈ ਜੀ 2002 ਵਿੱਚ ਹੋਈ 86ਵੀਂ ਸੋਧ, ਕਿਉਂਕਿ ਇਸ ਦੇ ਰਾਹੀਂ ਸਿੱਖਿਆ ਦੇ ਸੰਬੰਧ ਵਿੱਚ ਕੁਝ ਸੁਧਾਰ ਕੀਤੇ ਗਏ ਸਨ ਜੀ, ਜਿਨ੍ਹਾਂ ਨੂੰ ਅਸੀਂ ਦੇਖਦੇ ਹਾਂ ਕਿ ਉਹ ਕਿਹੜੀਆਂ ਸੋਧਾਂ ਕੀਤੀਆਂ ਗਈਆਂ ਸਨ। ਇਸ ਦੇ ਰਾਹੀਂ ਭਾਰਤ ਦੇ ਮੌਲਿਕ ਅਧਿਕਾਰਾਂ ਵਿੱਚ ਜੀ, ਰਾਜ ਦੀ ਨੀਤੀ ਨਿਰਦੇਸ਼ਕ ਸਿਧਾਂਤਾਂ ਵਿੱਚ ਅਤੇ ਮੌਲਿਕ ਕਰਤੱਵਾਂ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਕੀਤਾ ਗਿਆ ਸੀ ਜੀ। ਮੌਲਿਕ ਅਧਿਕਾਰਾਂ ਦੇ ਵਿੱਚ ਆਰਟੀਕਲ 21A ਜੋੜਿਆ ਗਿਆ, ਜਿਸ ਦੇ ਤਹਿਤ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ। 6 ਤੋਂ 14 ਸਾਲ ਦੇ ਬੱਚਿਆਂ ਨੂੰ ਲਾਜ਼ਮੀ ਅਤੇ ਮੁਫਤ ਸਿੱਖਿਆ ਦੇਣਾ ਰਾਜ ਦੀ ਜ਼ਿੰਮੇਵਾਰੀ ਹੈ। ਪੇਪਰਾਂ ਵਿੱਚ ਇਹ ਸਵਾਲ ਸਿੱਧੇ ਰੂਪ ਵਿੱਚ ਪੁੱਛ ਲਿਆ ਜਾਂਦਾ ਹੈ ਜੀ ਕਿ ਆਰਟੀਕਲ 21A ਕਿਹਦੇ ਨਾਲ ਸੰਬੰਧਿਤ ਹੈ, ਤਾਂ ਤੁਸੀਂ ਯਾਦ ਰੱਖਣਾ ਹੈ ਕਿ ਸਿੱਖਿਆ ਦੇ ਨਾਲ ਸੰਬੰਧਿਤ ਹੈ, ਉਹ ਵੀ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨਾਲ। 6 ਤੋਂ 14 ਸਾਲ ਦੇ ਬੱਚਿਆਂ ਦੀ ਜ਼ਿੰਮੇਵਾਰੀ ਤਾਂ ਸਰਕਾਰ ਨੇ ਲੈ ਲਈ ਜੀ, ਤੇ 6 ਸਾਲ ਤੋਂ ਪਹਿਲਾਂ ਦੇ ਭਾਵ 0 ਤੋਂ 6 ਸਾਲ ਦੇ ਬੱਚੇ ਰਹਿ ਗਏ, ਉਹਨਾਂ ਦਾ ਜ਼ਿਕਰ ਕੀਤਾ ਗਿਆ ਫਿਰ ਆਰਟੀਕਲ 45 ਵਿੱਚ ਕਿ 0 ਤੋਂ 6 ਸਾਲ ਦੇ ਬੱਚਿਆਂ ਦੀ ਦੇਖ-ਰੇਖ ਕਰਨਾ, ਉਹਨਾਂ ਦੀ ਪੜ੍ਹਾਈ ਲਿਖਾਈ ਕਰਾਉਣੀ, ਇਹ ਵੀ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ। ਅਤੇ ਮੌਲਿਕ ਕਰਤੱਵਾਂ ਵਿੱਚ ਇੱਕ 11ਵਾਂ ਮੌਲਿਕ ਕਰਤੱਵ ਜੋੜ ਦਿੱਤਾ ਗਿਆ ਜੀ। ਪਹਿਲਾ ਮੌਲਿਕ ਕਰਤੱਵ 10 ਸਨ, ਇਸ ਦੇ ਵਿੱਚ ਇੱਕ 11ਵਾਂ ਮੌਲਿਕ ਕਰਤੱਵ ਜੋੜ ਦਿੱਤਾ ਗਿਆ ਕਿ 6 ਤੋਂ 14 ਸਾਲ ਦੇ ਬੱਚਿਆਂ ਨੂੰ ਸਕੂਲ ਭੇਜਣਾ ਉਹਨਾਂ ਦੇ ਮਾਤਾ-ਪਿਤਾ ਜਾਂ ਉਹਨਾਂ ਦਾ ਪਾਲਣ ਪੋਸ਼ਣ ਕਰਨ ਵਾਲੇ ਵਿਅਕਤੀਆਂ ਦੀ ਜ਼ਿੰਮੇਵਾਰੀ ਹੈ। ਪੜ੍ਹਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਉਹਨਾਂ ਨੂੰ ਸਕੂਲ ਭੇਜਣਾ ਉਹਨਾਂ ਦੇ ਮਾਤਾ-ਪਿਤਾ ਅਤੇ ਉਹਨਾਂ ਨੂੰ ਪਾਲਣ ਪੋਸ਼ਣ ਵਾਲਿਆਂ ਦੀ ਜ਼ਿੰਮੇਵਾਰੀ ਹੈ। ਇਹ ਤੁਸੀਂ ਯਾਦ ਕਰ ਲਓ ਜੀ, ਇਹ ਬਹੁਤ ਹੀ ਮਹੱਤਵਪੂਰਨ ਸੋਧਾਂ ਹਨ। ਇੱਥੇ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਜੀ, ਆਰਟੀਕਲ 45 ਦੇ ਵਿੱਚ 0 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਦੀ ਗੱਲ ਕੀਤੀ ਗਈ ਹੈ ਅਤੇ ਇੱਥੇ 6 ਤੋਂ 14 ਸਾਲ ਦੇ ਬੱਚਿਆਂ ਦੀ ਗੱਲ ਕੀਤੀ ਗਈ ਹੈ। ਭਾਰਤ ਦੇ ਸੰਵਿਧਾਨ ਵਿੱਚ 91 ਨੰਬਰ ਸੋਧ ਕੀਤੀ ਗਈ ਸੀ 2003 ਵਿੱਚ ਜੀ। ਇਸ ਦੇ ਵਿੱਚ ਮੰਤਰੀ ਪਰਿਸ਼ਦ ਦੀ ਸੰਖਿਆ ਵੱਧ ਤੋਂ ਵੱਧ 15% ਨਿਸ਼ਚਿਤ ਕਰ ਦਿੱਤੀ ਗਈ ਕਿ ਕੋਈ ਵੀ ਮੰਤਰੀ ਪਰਿਸ਼ਦ ਹੈ ਲੋਕ ਸਭਾ ਦੀ, ਰਾਜ ਸਭਾ ਦੀ, ਉਸ ਦੇ ਵਿੱਚ 15% ਤੋਂ ਵੱਧ ਮੈਂਬਰ ਨਹੀਂ ਹੋ ਸਕਦੇ ਹਨ। ਰਾਜਾਂ ਲਈ ਮੰਤਰੀ ਪਰਿਸ਼ਦ ਦੀ ਘੱਟ ਤੋਂ ਘੱਟ ਸੰਖਿਆ ਰੱਖੀ ਗਈ ਹੈ ਜੀ 12 ਮੰਤਰੀ, ਅਤੇ ਇਹ ਵੱਧ ਤੋਂ ਵੱਧ 15% ਉਸ ਦੇ ਵਿਧਾਨ ਸਭਾ ਦੇ ਮੈਂਬਰਾਂ ਦਾ ਹੋ ਸਕਦੀ ਹੈ। ਕਹਿਣ ਤੋਂ ਭਾਵ ਹੈ ਸਾਡੀ ਲੋਕ ਸਭਾ ਦੇ ਵਿੱਚ ਹਨ 543 ਮੈਂਬਰ, ਇਸ ਦਾ 15% ਹੀ ਵੱਧ ਤੋਂ ਵੱਧ ਮੰਤਰੀ ਪਰਿਸ਼ਦ ਦਾ ਹਿੱਸਾ ਬਣ ਸਕਦੇ ਹਨ। ਤੁਸੀਂ ਦੇਖਿਆ ਹੋਵੇਗਾ ਰੇਲਵੇ ਮੰਤਰੀ, ਕਾਨੂੰਨ ਮੰਤਰੀ, ਜਿੰਨੇ ਵੀ ਮੰਤਰੀ ਹੁੰਦੇ ਹਨ ਉਹ ਸਾਰੇ ਮੰਤਰੀ ਪਰਿਸ਼ਦ ਦਾ ਹਿੱਸਾ ਹੁੰਦੇ ਹਨ। ਉਹਨਾਂ ਦੀ ਗਿਣਤੀ ਵੱਧ ਤੋਂ ਵੱਧ 15% ਹੀ ਹੋ ਸਕਦੀ ਹੈ। ਸੁਪਰੀਮ ਕੋਰਟ ਹਾਈ ਕੋਰਟਾਂ ਨਾਲ ਸੰਬੰਧਿਤ ਹੈ ਜੀ 99 ਨੰਬਰ ਸੋਧ, ਜੋ ਕਿ 2015 ਵਿੱਚ ਕੀਤੀ ਗਈ ਸੀ। ਪਹਿਲਾਂ ਜੱਜਾਂ ਦੀ ਚੋਣ ਕੀਤੀ ਜਾਂਦੀ ਸੀ ਜੀ ਕਾਲਜੀਅਮ ਸਿਸਟਮ ਰਾਹੀਂ। ਰਾਸ਼ਟਰੀ ਨਿਆਇਕ ਨਿਯੁਕਤੀਆਂ ਕਮਿਸ਼ਨ ਸਥਾਪਿਤ ਕਰ ਦਿੱਤਾ ਗਿਆ ਕਿ ਇਹਦੇ ਤਹਿਤ ਹੁਣ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਨਿਯੁਕਤੀ ਹੋਇਆ ਕਰੇਗੀ, ਪਰੰਤੂ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਜੀ ਅਤੇ ਬਾਅਦ ਦੇ ਵਿੱਚ ਕਾਲਜੀਅਮ ਸਿਸਟਮ ਨੂੰ ਦੁਬਾਰਾ ਲਾਗੂ ਕਰ ਦਿੱਤਾ ਗਿਆ। ਵਰਤਮਾਨ ਸਮੇਂ ਵੀ ਕਾਲਜੀਅਮ ਸਿਸਟਮ ਰਾਹੀਂ ਹੀ ਜੱਜਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। 2015 ਦੇ ਵਿੱਚ ਭਾਰਤ ਦੇ ਸੰਵਿਧਾਨ ਵਿੱਚ ਲਿਆਂਦੀ ਗਈ ਜੀ 100 ਨੰਬਰ ਅਮੈਂਡਮੈਂਟ। ਇਹਦੇ ਰਾਹੀਂ ਬੰਗਲਾਦੇਸ਼ ਅਤੇ ਭਾਰਤ ਵਿੱਚ ਜੋ ਵਿਵਾਦਿਤ ਖੇਤਰ ਸਨ ਉਹਨਾਂ ਦਾ ਸਮਾਧਾਨ ਕੀਤਾ ਗਿਆ। ਜੋ ਖੇਤਰ ਬੰਗਲਾਦੇਸ਼ ਦੀ ਸੀਮਾ ਨਾਲ ਲੱਗਦੇ ਸਨ ਉਹ ਖੇਤਰ ਬੰਗਲਾਦੇਸ਼ ਨੂੰ ਦੇ ਦਿੱਤੇ ਗਏ, ਅਤੇ ਜੋ ਖੇਤਰਾਂ ਵਿੱਚ ਭਾਰਤ ਦਾ ਅਧਿਕਾਰ ਸੀ ਅਤੇ ਬੰਗਲਾਦੇਸ਼ ਦੇ ਕਬਜ਼ੇ ਵਿੱਚ ਪਏ ਸਨ ਉਹਨਾਂ ਨੂੰ ਭਾਰਤ ਸਰਕਾਰ ਨੂੰ ਦੇ ਦਿੱਤਾ ਗਿਆ। ਤੁਸੀਂ ਯਾਦ ਰੱਖਣਾ ਹੈ ਕਿ 100 ਨੰਬਰ ਸੋਧ ਹੋਈ ਹੈ ਜੀ 2015 ਵਿੱਚ। ਸੋਧ ਦੇ ਰਾਹੀਂ ਬੰਗਲਾਦੇਸ਼ ਨਾਲ ਭੂਮੀ ਦਾ ਤਬਾਦਲਾ ਕੀਤਾ ਗਿਆ ਸੀ। ਜੋ ਖੇਤਰ ਭਾਰਤ ਦਾ ਸੀ ਉਹ ਭਾਰਤ ਨੂੰ ਦੇ ਦਿੱਤਾ ਗਿਆ, ਜੋ ਬੰਗਲਾਦੇਸ਼ ਦਾ ਸੀ ਉਹ ਬੰਗਲਾਦੇਸ਼ ਨੂੰ ਦੇ ਦਿੱਤਾ ਗਿਆ। ਇੱਕ ਵਾਰ ਫਿਰ ਦੇਖ ਲਓ ਜੀ 86ਵੀਂ ਸੋਧ 2002 ਰਾਹੀਂ ਭਾਰਤ ਦੇ ਸੰਵਿਧਾਨ ਵਿੱਚ ਸਿੱਖਿਆ ਦਾ ਅਧਿਕਾਰ ਜੋੜ ਦਿੱਤਾ ਗਿਆ ਆਰਟੀਕਲ 21A ਦੇ ਤਹਿਤ। ਆਰਟੀਕਲ 45 ਦੇ ਵਿੱਚ 0 ਤੋਂ 6 ਸਾਲ ਦੇ ਬੱਚਿਆਂ ਲਈ ਲਾਜ਼ਮੀ ਅਤੇ ਮੁਫਤ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ। 11ਵੇਂ ਮੌਲਿਕ ਕਰਤੱਵ ਰਾਹੀਂ ਇਹ ਮਾਤਾ ਪਿਤਾ ਜਾਂ ਉਹਦੇ ਪਾਲਣ ਪੋਸ਼ਣ ਵਾਲਿਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਕਿ ਸਕੂਲ ਭੇਜਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ। 91 ਸੋਧ ਜੋ ਕਿ 2003 ਵਿੱਚ ਹੋਈ ਸੀ, ਇਹਦੇ ਤਹਿਤ ਮੰਤਰੀ ਪਰਿਸ਼ਦ ਦੀ ਵੱਧ ਤੋਂ ਵੱਧ ਸੰਖਿਆ 15% ਨਿਸ਼ਚਿਤ ਕਰ ਦਿੱਤੀ ਗਈ ਜੀ। 99 ਅਮੈਂਡਮੈਂਟ 2015 ਵਿੱਚ ਹੋਈ ਸੀ, ਇਹਦੇ ਤਹਿਤ ਕਾਲਜੀਅਮ ਸਿਸਟਮ ਨੂੰ ਖਤਮ ਕਰ ਦਿੱਤਾ ਗਿਆ
परंतु वर्तमान समय ये कॉलेजियम सिस्टम दोबारा तो शुरू हो गया है। 100 नंबर अमेंडमेंट भारत के संविधान 2015 में हुई है जी। ये राही बंगलादेश नाल भूमि का तबादला किया गया सी। आप सब नूं पता होवेगा जी कि भारत के संविधान में टोटल हैं जी 12 अनुसूचियां। जो इसकी 8वीं अनुसूची है ये संबंधित है भाषावां नाल। जो भारत का संविधान 26 जनवरी 1950 ਨੂੰ लागू होया सी ਅਤੇ 8वीं अनुसूची में उस समय आरंभ में सन 14 भाषावां। कई बार पेपरों में सवाल पूछा जा सकता है कि 8वीं अनुसूची में मूल रूप में ਜਾਂ आरंभ में कितनियां भाषावां सन, तो आप जी उत्तर होगा 14 भाषावां। बाद में इस कुछ होर भाषावां जोड़ियां गईਆਂ ਹਨ जी ਅਤੇ वर्तमान समय इन्हां भाषावां की गिनती हो गई है 22। पेपरों के सवाल पूछ लिया जाता है जी कि किहड़ी भाषा कदों जोड़ीगी ते किहड़ी सोध राहीं जोड़ीगी। ये तुसीं याद कर लो जी कि सिंधी भाषा सब तो पहली भाषा सी, 15वीं भाषा कह सकते हैं असीं, जो 8वीं सूची में जोड़ी गई सी। ये जोड़ी गई सी जी 21वीं सोध राहीं 1967 विच। फिर भारत के संविधान में जी 71वीं सोध 1992 राहीं 3 भाषावां नूं जोड़िया गया, कोंकणी, नेपाली ते मणिपुरी भाषा। फिर भारत के संविधान में की गई जी 92वीं सोध 2003 दे विच। इस दे तहत 4 भाषावां नूं भारत के संविधान में जोड़िया गया। इन्हां 4 भाषावां दे नाम याद कर लो जी, बोडो, डोगरी, मैथिली ते संथाली। आप जी की नॉलेज लिए दस दिंदा हाँ जी, जो बोडो भाषा है ये बोली जाती है असम राज विच। एक बार स्क्रीन नूं देख लो, पेपरों के विच सीधे रूप में ही तुहानूं भाषा दे के पूछा जा सकता है कि ये भाषा किहड़ी सोध राहीं भारत के संविधान में जोड़ी गई है। तुसीं स्क्रीन देख के याद कर लो जी कि सिंधी भाषा 21वीं सोध राहीं 1967, कोंकणी, नेपाली ते मणिपुरी 71वीं सोध 1992 राहीं, बोडो, डोगरी, मैथिली ते संथाली भाषा 92 नंबर सोध राहीं 2003 विच भारत के संविधान के 8वीं अनुसूची में जोड़ियां गईयां सन। हुण असीं गल करते हाँ जी भारत के संविधान में इस दहाके में होईयां लेटेस्ट सोधां बारे, जो कि मोस्ट इंपोर्टेंट हैं, जो पेपरों में पूछियां जा सकदियां हन। भारत के संविधान में 101 नंबर सोध करके 2016 के विच भारत में लागू की गई जी GST व्यवस्था। GST की फुल फॉर्म होंदी है गुड्स एंड सर्विस टैक्स। सारे भारत में 1 जुलाई 2017 तो GST वस्तु और सेवावां कर नूं लागू कर दिता गया। ये तहत 5 ਵੱਖ-ਵੱਖ स्लैबां के टैक्स बनाए गए हैं जी, 0%, 5%, 12, 18 ते 28%। तुसीं देखिया होवेगा जदों भी तुसीं किसी रेस्टोरेंट ते जां मॉल विच शॉपिंग करन जाते हो जी, या कुछ खाण पीना, तो तुहानूं जो कंप्यूटराइज बिल कढ़िया जाता है उस दे विच लिखिया हुंदा है GST। GST नाल CGST अते SGST लिखिया हुंदा है। इसका भाव है जी सेंटर द्वारा लगाया गया GST, स्टेट गौरमेंट द्वारा लगाया गया GST। पेपरों के सवाल डायरैक्ट रूप में पूछा जा सकता है कि GST गुड्स एंड सर्विस टैक्स किहड़ी सोध राहीं भारत में लागू किया गया। तो तुसीं याद कर लो जी 101 नंबर सोध 2016 राहीं। 2018 दे विच भारत के संविधान में की गई जी 102 नंबर सोध। ये तहत राष्ट्रीय पिछड़ा वर्ग कमीशन, अंग्रेजी में असीं कह सकते हैं जी नैशनल कमीशन फॉर बैकवर्ड क्लास लिआंदा गया। जिन्नियां भी बैकवर्ड क्लास हैं उन्हां लई राष्ट्रीय पद्धर ते एक कमीशन बनाया गया कि जेकर इन्हां नूं कोई समस्या आउंदी है वर्ग नूं तां ये इस कमीशन कोल जाके अपनी समस्या दस सकते हैं। भारत के संविधान में जी जो 103 नंबर सोध 2019 में की गई है, ये सोध बहुत ही महत्वपूर्ण है क्योंकि तुसीं सब ने सुनिया होगा कि EWS सर्टिफिकेट बन रहा है। ये फुल फॉर्म होंदी है इकनॉमिकली वीकर सैक्शन। जो आर्थिक तौर पर जरनल वर्ग में कमज़ोर हैं जी, उन्होंने 10% राखवांकरण दिता गया है। जो ये राखवांकरण है सारे भारत में दिता जाता है। जेकर कोई जरनल वर्ग का कोई कमज़ोर वर्ग है जी तो वह ये राखवांकरण लै सकता है। जेकर उसने ये EWS राखवांकरण लेना है जी तो यह शर्त जरूरी है कि उसके परिवार की सालाना इनकम 8 ਲੱਖ तो घट होनी चाहिए है और उसके परिवार को 5 किल्लियां तो घट जमीन होनी चाहिए है। जेकर ये दोवें शर्तां पूरीआं करता है जी तो अपने नेड़े के सेवा केंद्र में जाके अपना EWS सर्टिफिकेट बना सकता है। जिहड़ा ये EWS सर्टिफिकेट बनेगा इसकी वैलिडिटी होंदी है जी 1 अप्रैल तो लैके 31 मार्च तक। ये 1 साल लिए बनाया जाता है और इस राही तुसीं अपना बेनीफिट नौकरियां विच लै सकते हो। 2020 दे विच भारत के संविधान में की गई है जी 104 नंबर सोध, जिहदे तहत लोक सभा और राज विधान सभा में जो SC और ST वर्ग के लोग होंदे हन जी, भाव MLA MP, उन्हां दा राखवांकरण 10 सालां लई होर वधा दिता गया है। भारत का संविधान जदों लागू होया सी तां इह कहा गया सी कि SC और ST वर्ग कमज़ोर है जी, इसनूं 10 सालां लई राखवांकरण दिता जांदा है।
ਜੇਕਰ ਸਰਕਾਰ ਲੋੜ ਮਹਿਸੂਸ ਕਰਦੀ ਹੈ ਤਾਂ ਇਹਨਾਂ ਦਾ ਰਾਖਵਾਂਕਰਨ 10 ਸਾਲਾਂ ਲਈ ਹੋਰ ਵਧਾਇਆ ਜਾ ਸਕਦਾ ਹੈ। ਇਹ 10 ਸਾਲ ਵਧਾਉਂਦੇ ਹੋਏ 80 ਸਾਲ ਹੋ ਚੁੱਕੇ ਹਨ ਇਹਨਾਂ ਦੇ ਰਾਖਵਾਂਕਰਨ ਨੂੰ ਵਧਾਉਂਦੇ ਹੋਏ। ਇਹ ਭਾਰਤੀ ਸੰਸਦ ਦੀ ਮਰਜ਼ੀ ਹੈ ਜੀ ਕਿ ਅਗਲੇ 10 ਸਾਲਾਂ ਬਾਅਦ SC ਜਾਂ ST ਵਰਗ ਦਾ ਰਾਖਵਾਂਕਰਨ ਵਧਾਉਣਾ ਹੈ ਜਾਂ ਖਤਮ ਕਰਨਾ। ਤੁਸੀਂ ਪੜ੍ਹਿਆ ਹੋਵੇਗਾ ਜੀ ਕਿ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਦੁਆਰਾ 2 ਮੈਂਬਰ ਐਂਗਲੋ ਇੰਡੀਅਨ ਦੇ ਅਤੇ ਵਿਧਾਨ ਸਭਾਵਾਂ ਵਿੱਚ 1 ਮੈਂਬਰ ਰਾਜਪਾਲ ਦੁਆਰਾ ਐਂਗਲੋ ਇੰਡੀਅਨ ਦਾ ਨਾਮਜ਼ਦ ਕੀਤਾ ਜਾਂਦਾ ਹੈ। ਪਰੰਤੂ ਜੋ ਇਹ ਨਾਮਜ਼ਦਗੀ ਸੀ ਜੀ ਇਸ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਖਤਮ ਕਰ ਦਿੱਤਾ ਗਿਆ ਹੈ ਜੀ 104 ਨੰਬਰ ਅਮੈਂਡਮੈਂਟ 2020 ਰਾਹੀਂ। ਜੋ ਭਾਰਤ ਦੇ ਸੰਵਿਧਾਨ ਵਿੱਚ ਲੇਟੈਸਟ 2021 ਵਿੱਚ ਸੋਧ ਹੋਈ ਹੈ ਜੀ ਉਹ ਹੈ 105 ਨੰਬਰ ਸੋਧ। ਇਸ ਸੋਧ ਦੇ ਰਾਹੀਂ ਭਾਰਤ ਦੇ ਰਾਜਾਂ ਨੂੰ ਇਹ ਸ਼ਕਤੀ ਦਿੱਤੀ ਗਈ ਹੈ ਜੀ ਜੋ OBC ਲਿਸਟ ਹੁੰਦੀ ਹੈ ਉਹ ਲਿਸਟ ਆਪਣੇ ਪੱਧਰ ਤੇ ਰਾਜ ਬਣਾ ਸਕਦਾ ਹੈ। ਪਹਿਲਾਂ ਜੋ OBC ਲਿਸਟ ਸੀ ਇਹ ਸੈਂਟਰ ਸਰਕਾਰ ਦੁਆਰਾ ਬਣਾਈ ਜਾਂਦੀ ਸੀ। ਇਹ ਰਾਜਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਕੁਝ ਕੈਟਾਗਰੀਆਂ ਹਨ ਜੋ ਸਾਡੇ OBC ਹਨ ਪਰੰਤੂ ਤੁਹਾਡੀ ਕੇਂਦਰ ਵਾਲੀ OBC ਲਿਸਟ ਵਿੱਚ ਨਹੀਂ ਆਉਂਦੀਆਂ ਹਨ। ਇਸ ਕਰਕੇ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਰਤ ਦੇ ਸੰਵਿਧਾਨ ਵਿੱਚ 105 ਨੰਬਰ ਸੋਧ 2021 ਵਿੱਚ ਕਰਕੇ OBC ਲਿਸਟ ਨੂੰ ਰਾਜਾਂ ਨੂੰ ਦੇ ਦਿੱਤਾ ਹੈ। ਉਮੀਦ ਕਰਦਾ ਹਾਂ ਜੋ ਸੋਧਾਂ ਮੈਂ ਤੁਹਾਨੂੰ ਕਰਾਈਆਂ ਹਨ ਜੀ ਇਹ ਤੁਹਾਡੇ ਸਾਰੀਆਂ ਯਾਦ ਹੋ ਗਈਆਂ ਹੋਣਗੀਆਂ। ਜੇਕਰ ਕੋਈ ਸੋਧ ਯਾਦ ਨਹੀਂ ਹੋ ਰਹੀ ਤਾਂ 1 ਤੋਂ 2 ਵਾਰ ਵੀਡੀਓ ਨੂੰ ਦੁਬਾਰੇ ਸੁਣ ਲਓ ਜੀ। ਇਹ ਸੋਧਾਂ ਤੁਹਾਡੇ ਯਾਦ ਹੋ ਜਾਣਗੀਆਂ। ਇਹਨੂੰ ਰੱਟਾਂ ਮਾਰਨ ਦੀ ਲੋੜ ਨਹੀਂ। ਜੇਕਰ ਤੁਸੀਂ ਧਿਆਨ ਨਾਲ ਸੋਧ ਨੂੰ ਸਮਝ ਕੇ ਪੜ੍ਹੋਗੇ ਜੀ ਤਾਂ ਇਹ ਆਸਾਨੀ ਨਾਲ ਯਾਦ ਹੋ ਜਾਣਗੀਆਂ। ਵੀਡੀਓ ਜੇਕਰ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਸੀਂ ਇੰਸਟਾਗ੍ਰਾਮ ਤੇ ਗਰਚਾ IQ ਐਜੂਕੇਸ਼ਨ ਨੂੰ ਫੋਲੋ ਨਹੀਂ ਕੀਤਾ ਜੀ ਤੇ ਟੈਲੀਗ੍ਰਾਮ ਚੈਨਲ ਗਰਚਾ IQ ਨੂੰ ਜੁਆਇਨ ਨਹੀਂ ਕੀਤਾ ਤਾਂ ਇਸ ਨੂੰ ਜੁਆਇਨ ਕਰ ਲਓ ਕਿਉਂਕਿ ਹਰੇਕ ਨਵੀਂ ਵੀਡੀਓ ਦੀ ਅਪਡੇਟ ਸਭ ਤੋਂ ਪਹਿਲਾਂ ਇੱਥੇ ਦਿੱਤੀ ਜਾਂਦੀ ਹੈ। ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ। ਧੰਨਵਾਦ।